ਸਾਰੇ ਗੁਰੂ ਦਰਬਾਰ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਜੋ ਜੀਵਨ ਦੀ ਕਥਾ ਹੈ, ਅੰਤਲੇ ਸਮੇਂ ਦਾ ਜੋ ਪੜਾਅ ਮਹਾਰਾਜ ਜੀਆਂ ਦਾ, ਤੇ ਇਸ ਸ਼ਹੀਦੀ ਦੀ ਕਥਾ ਨੂੰ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦਾ ਪਵਿੱਤਰ ਜੋ ਧੜ ਹੈ ਬਿਨਾਂ ਸੀਸ ਤੋਂ, ਇਹ ਕੋਤਵਾਲੀ ਦੇ ਬਾਹਰ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਬਣਿਆ ਦਿੱਲੀ ਦੇ ਅੰਦਰ, ਇਸ ਜਗ੍ਹਾ ਤੇ ਕੋਤਵਾਲੀ ਹੈ। ਇਹਦੇ ਬਾਹਰ ਦਰਵਾਜ਼ੇ ਤੇ ਬੋਰਡ ਦੇ ਥੱਲੇ ਮਹਾਰਾਜ ਨੇ ਬੈਠ ਕੇ ਜਪਜੀ ਸਾਹਿਬ ਦੇ ਪਾਠ ਕੀਤੇ ਸਨ। ਇੱਥੇ ਮਹਾਰਾਜ ਜੀਆਂ ਨੂੰ ਸ਼ਹੀਦ ਕੀਤਾ ਗਿਆ। ਸ਼ਹੀਦ ਕਰਨ ਤੋਂ ਮਗਰੋਂ ਧੜ ਮਹਾਰਾਜ ਜੀਆਂ ਦਾ ਉਸੇ ਜਗ੍ਹਾ ਦੇ ਉੱਪਰ ਪਿਆ ਹੋਇਆ। ਸੀਸ ਨੂੰ ਭਾਈ ਜੈਤਾ ਜੀ ਲੈ ਕੇ ਅਨੰਦਪੁਰ ਸਾਹਿਬ ਨੂੰ ਚੱਲ ਪਏ। ਦਿੱਲੀ ਦੇ ਲੋਕਾਂ ਵਿੱਚ ਇੰਨਾ ਡਰ ਹੈ, ਜੇ ਕਿਤੇ ਅਸੀਂ ਮਹਾਰਾਜ ਦਾ ਧੜ ਚੁੱਕ ਕੇ ਸੰਸਕਾਰ ਕੀਤਾ, ਬਾਦਸ਼ਾਹ ਔਰੰਗਜ਼ੇਬ ਸਾਨੂੰ ਤੇ ਸਾਡੇ ਪਰਿਵਾਰ ਨੂੰ ਮਾਰ ਦੇਵੇਗਾ, ਕਤਲ ਕਰ ਦੇਵੇਗਾ। ਇਹ ਡਰ ਨੂੰ ਮਨ ਵਿੱਚ ਰੱਖ ਕੇ ਕੋਈ ਵੀ ਅੱਗੇ ਨਹੀਂ ਵਧਿਆ। ਇੰਨੇ ਚਿਰ ਨੂੰ ਲੱਖੀ ਸ਼ਾਹ ਵਣਜਾਰਾ ਨਾਮ ਦਾ ਇੱਕ ਸਿੱਖ, ਜਿਸ ਦੇ ਕੋਲ 10,000 ਗੱਡਿਆਂ ਦਾ ਵਪਾਰ ਹੈ, 10,000 ਗੱਡੇ ਉਹਦੇ ਉੱਪਰ ਸਮਾਨ ਲੱਦ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਂਦਾ। ਬੜਾ ਵੱਡਾ ਇਹ ਸ਼ਾਹੂਕਾਰ ਵਪਾਰੀ ਹੈ। ਜਦੋਂ ਇਹ ਪਹੁੰਚਿਆ, ਇਸ ਨੂੰ ਪਤਾ ਲੱਗਾ ਵੀ ਮਹਾਰਾਜ ਜੋਤੀ ਜੋਤ ਸਮਾ ਗਏ। ਸਤਿਗੁਰਾਂ ਦਾ ਧੜ ਚੌਂਕ ਦੇ ਵਿੱਚ ਪਿਆ ਹੋਇਆ ਧਰਤੀ ਦੇ ਉੱਪਰ ਹੀ ਵੇਖ ਕੇ ਬੜੀ ਮਨ ਨੂੰ ਸੱਟ ਲੱਗੀ ਹੈ। ਨੇਤਰਾਂ ਵਿੱਚੋਂ ਹੰਝੂ ਵਹਿਣ ਲੱਗ ਪਏ। ਮੇਰੇ ਗੁਰੂ ਦਾ ਪਵਿੱਤਰ ਸਰੀਰ ਮਿੱਟੀ ਦੇ ਉੱਪਰ ਧਰਤੀ ਦੇ ਪਿਆ ਹੋਇਆ, ਮੈਂ ਆਪਣੇ ਗੁਰੂ ਦੇ ਇਸ ਪਵਿੱਤਰ ਧੜ ਦਾ ਸੰਸਕਾਰ ਕਰਾਂਗਾ। ਇਹ ਭਾਈ ਲੱਖੀ ਸ਼ਾਹ ਜੀ ਮਨ ਵਿੱਚ ਸੋਚ ਰਹੇ ਨੇ। ਇਹ ਇਤਿਹਾਸ ਆਪਾਂ ਕੱਲ੍ਹ ਸਰਵਣ ਕੀਤਾ। ਇੱਥੋਂ ਮਹਾਰਾਜ ਅੱਗੇ ਕਿਰਪਾ ਕਰਨ ਲੱਗੇ। ਆਓ ਮਨ ਦਾ ਧਿਆਨ ਟਿਕਾਈਏ, ਆਪਾਂ ਸੁਣੀਏ ਕਿ ਭਾਈ ਲੱਖੀ ਸ਼ਾਹ ਵਣਜਾਰਾ ਕਿਵੇਂ ਧੜ ਚੁੱਕਦਾ, ਕਿਵੇਂ ਸੰਸਕਾਰ ਕਰਦਾ, ਉਹ ਆਪਾਂ ਅੱਜ ਸਰਵਣ ਕਰਾਂਗੇ। ਮਨ ਦਾ ਧਿਆਨ ਟਿਕਾਓ, ਚੁੱਪ ਦਾ ਦਾਨ ਬਖਸ਼ੋ, ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਇਹ ਲੱਖੀ ਸ਼ਾਹ ਸੋਚਦਾ ਪਿਆ, ਕਹਿਣ ਲੱਗਾ ਵੀ ਭਾਵੇਂ ਔਰੰਗਜ਼ੇਬ ਨੇ ਇਹ ਗੱਲ ਕਹੀ ਹੈ ਕਿ ਕੋਈ ਸਿੱਖ ਆ ਕੇ ਮਹਾਰਾਜ ਦਾ ਸਰੀਰ ਲੈ ਜਾਵੇ, ਧੜ ਲੈ ਜਾਵੇ ਤੇ ਸੰਸਕਾਰ ਕਰ ਲਵੇ, ਸੰਸਕਾਰ ਤੇ ਮੈਂ ਕਰਾਂਗਾ, ਪਰ ਮੈਂ ਦੁਨੀਆ ਨੂੰ ਪਤਾ ਨਹੀਂ ਲੱਗਣ ਦੇਵਾਂਗਾ। ਦੁਨੀਆ ਨੂੰ ਨਾ ਪਤਾ ਲੱਗੇ ਕਿ ਮੈਂ ਇਹ ਕੁਝ ਕੀਤਾ ਹੈ। ਸੰਸਕਾਰ ਵੀ ਕਰਾਂਗਾ, ਪਰ ਕਰਾਂਗਾ ਗੁਪਤ ਤਰੀਕੇ ਦੇ ਨਾਲ, ਲੋਕਾਂ ਨੂੰ ਪਤਾ ਨਹੀਂ ਲੱਗਣ ਦੇਣਾ ਹੈ। ਮਨ ਵਿੱਚ ਸੋਚਦਾ ਹੈ ਕਿ ਜੇ ਮੈਨੂੰ ਫੜ ਲਿਆ ਤੇ ਫਿਰ ਮੈਨੂੰ ਮਾਰ ਦੇਣਗੇ, ਕਿਉਂਕਿ ਔਰੰਗਜ਼ੇਬ ਦੀ ਨੀਅਤ ਦਾ ਨਹੀਂ ਪਤਾ। ਆਪਣੇ ਸਕੇ ਭਰਾ ਨੂੰ ਆਪਣਾ ਪਿਆਰ ਜਿਤਾ ਕੇ ਪਹਿਲਾਂ ਸ਼ਰਾਬ ਪਿਲਾਈ। ਜਦੋਂ ਵੇਖਿਆ ਵੀ ਮੇਰਾ ਭਰਾ ਸ਼ਰਾਬੀ ਹੋ ਗਿਆ, ਆਪਣੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ, ਇਹਨੂੰ ਕਤਲ ਕਰ ਦਿਓ। ਸ਼ਰਾਬੀ ਨੂੰ ਕਤਲ ਕਰਕੇ ਮਰਵਾਇਆ। ਹੁਣ ਲੋਕਾਂ ਦੇ ਮਨ ਵਿੱਚ ਉਹ ਭੈ ਹੈ। ਅੱਜ ਇਹ ਕਹਿੰਦਾ ਪਿਆ ਵੀ ਮਹਾਰਾਜ ਦਾ ਧੜ ਲੈ ਜਾਓ, ਸੰਸਕਾਰ ਕਰੋ। ਇਹਦਾ ਕੀ ਪਤਾ ਮਗਰੇ ਸਿਪਾਹੀਆਂ ਨੂੰ ਤੋਰ ਦੇਵੇ, ਆਖੇ ਵੀ ਜਿਹੜਾ ਲੈ ਕੇ ਗਿਆ ਇਹਦੇ ਪਰਿਵਾਰ ਨੂੰ ਹੀ ਕਤਲ ਕਰ ਦਿਓ। ਇਹ ਡਰ ਹੈ ਮਨ ਦੇ ਵਿੱਚ। ਜਿਹੜਾ ਆਪਣੇ ਭਰਾ ਨੂੰ ਸ਼ਰਾਬ ਪਿਆ ਕੇ ਤੇ ਮਰਵਾ ਸਕਦਾ, ਉਹ ਕਿਸੇ ਨੂੰ ਕਿਵੇਂ ਬਖਸ਼ ਸਕਦਾ? ਇਹ ਡਰ ਰੱਖ ਕੇ ਭਾਈ ਲੱਖੀ ਸ਼ਾਹ ਸੋਚਦਾ ਪਿਆ, ਇਹ ਨਾ ਹੋਵੇ ਕਿ ਮੈਂ ਮਹਾਰਾਜ ਦੇ ਧੜ ਦਾ ਸੰਸਕਾਰ ਕਰਾਂ, ਇਹ ਮੈਨੂੰ ਗ੍ਰਿਫਤਾਰ ਕਰ ਲਵੇ, ਮੇਰੇ ਪਰਿਵਾਰ ਨੂੰ ਗ੍ਰਿਫਤਾਰ ਕਰਕੇ ਮਰਵਾ ਦੇਵੇ। ਇਸ ਕਰਕੇ ਮੈਂ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਹੈ। ਗੁਰੂ ਪਾਤਸ਼ਾਹ ਜੀ ਮੇਰੀ ਸਹਾਇਤਾ ਕਰਨ, ਕਿਉਂਕਿ ਜੋ ਵੀ ਕੰਮ ਕਰਨਾ ਮੈਂ ਸੇਵਾ ਕਰਨੀ ਹੈ, ਕਰਨੀ ਗੁਰੂ ਦੇ ਹੁਕਮ ਦੇ ਵਿੱਚ, ਭੈ ਭਾਵਨੀ ਵਿੱਚ ਹੈ। ਜੇ ਗੁਰੂ ਮੇਰੇ 'ਤੇ ਕਿਰਪਾ ਕਰੇ, ਮੇਰੀ ਸਹਾਇਤਾ ਕਰਨ ਪਾਤਸ਼ਾਹ ਜੀ ਉਸ ਵੇਲੇ, ਤੇ ਮੈਂ ਇਹ ਸਾਰਾ ਕੰਮ ਛੁਪ ਕੇ ਕਰ ਸਕਦਾ, ਕਰ ਮੈਂ ਸਕਦਾ, ਪਰ ਹੋਵੇਗਾ ਤਾਂ ਜੇ ਗੁਰੂ ਕਿਰਪਾ ਕਰੇ। ਜੇ ਮਹਾਰਾਜ ਮੇਰੇ ਸਿਰ 'ਤੇ ਮਿਹਰ ਦਾ ਹੱਥ ਰੱਖ ਦੇਣ, ਮੇਰੇ ਤੋਂ ਇਹ ਸੇਵਾ ਲੈਣ ਤੇ ਮੈਂ ਸੇਵਾ ਵੀ ਕਰਾਂ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ, ਇਹ ਕੰਮ ਮੈਂ ਕਰਨ ਵਾਸਤੇ ਤਿਆਰ ਹਾਂ। ਇਹ ਗੱਲ ਮਨੋਰਥ ਕਰਕੇ ਨਾ ਇੱਛਾ ਰੱਖੀ ਹੈ ਵੀ ਮੈਂ ਸੰਸਕਾਰ ਕਰਨਾ, ਪਰ ਹਾਲੇ ਸਰੀਰ ਨਹੀਂ ਚੁੱਕਿਆ।
ਲੱਖੀ ਸ਼ਾਹ ਵਣਜਾਰਾ ਆਪਣੇ ਘਰ ਨੂੰ ਮੁੜ ਗਿਆ, ਵਾਪਸ ਚਲਾ ਗਿਆ। ਮੈਂ ਪਹਿਲਾਂ ਪੂਰੀ ਵਿਉਂਤਬੰਦੀ ਬਣਾਵਾਂ, ਪਹਿਲਾਂ ਯੋਜਨਾ ਬਣਾਵਾਂ ਵੀ ਕਿਵੇਂ ਮੈਂ ਸਰੀਰ ਨੂੰ ਚੁੱਕਣਾ ਹੈ, ਕਿਵੇਂ ਸੰਸਕਾਰ ਕਰਨਾ ਹੈ, ਔਰੰਗਜ਼ੇਬ ਤੋਂ ਕਿਵੇਂ ਪਰਦਾ ਰੱਖਣਾ। ਇਹ ਸਾਰੀ ਵਿਉਂਤਬੰਦੀ ਬਣਾਉਣ ਵਾਸਤੇ ਕਹਿਣ ਲੱਗੇ ਲੱਖੀ ਸ਼ਾਹ ਹਟ ਗਿਆ ਪਿੱਛੇ, ਧੜ ਨੂੰ ਚੁੱਕਿਆ ਨਹੀਂ, ਆਪਣੇ ਘਰ ਨੂੰ ਮੁੜ ਗਿਆ ਹੈ। ਆਪਣੇ ਘਰ ਵਿੱਚ ਜਾ ਕੇ ਸੋਚਣ ਲੱਗ ਪਿਆ। ਕੁਝ ਜਿਹੜੇ ਇਹਦੇ ਖਾਸ ਬੰਦੇ ਸਨ, ਇਹਦੇ ਮਿੱਤਰ, ਉਹਨਾਂ ਨੂੰ ਬੁਲਾਇਆ, ਕਹਿਣ ਲੱਗਾ ਵੀ ਸਲਾਹ ਦਿਓ, ਮੈਂ ਮਹਾਰਾਜ ਦਾ ਧੜ ਵੀ ਲੈ ਕੇ ਆਉਣਾ, ਸੰਸਕਾਰ ਵੀ ਕਰਨਾ, ਔਰੰਗਜ਼ੇਬ ਤੇ ਉਹਦੀ ਫੌਜ ਨੂੰ ਪਤਾ ਨਾ ਲੱਗੇ, ਆਂਢੀਆਂ ਗੁਆਂਢੀਆਂ ਨੂੰ ਵੀ ਪਤਾ ਨਾ ਲੱਗੇ, ਤੇ ਕੀ ਕਰਾਂ। ਆਪਣੇ ਮਨ ਵਿੱਚ ਆ ਕੇ ਕਈ ਤਰ੍ਹਾਂ ਦੇ ਯਤਨ ਸੋਚੇ, ਜੇ ਆਹ ਕੰਮ ਕਰਾਂਗਾ ਤੇ ਮੈਂ ਆਹ ਕੰਮ ਇਸ ਤਰ੍ਹਾਂ ਕਰ ਸਕਦਾ, ਇੱਥੋਂ ਮੈਂ ਫੜਿਆ ਜਾ ਸਕਦਾ, ਇੱਥੋਂ ਮੈਂ ਨਹੀਂ ਫੜਿਆ ਜਾ ਸਕਦਾ। ਕਈ ਯੋਜਨਾ ਇਸ ਨੇ ਆਪਣੇ ਘਰ ਵਿੱਚ ਬੈਠ ਕੇ ਬਣਾਈਆਂ, ਪਰ ਕਿਸੇ ਨਾ ਕਿਸੇ ਯੋਜਨਾ ਵਿੱਚ ਕੋਈ ਨਾ ਕੋਈ ਅੜਿੱਕਾ ਜ਼ਰੂਰ ਆਉਂਦਾ। ਡਰ ਵੀ ਹੈ ਮਨ ਦੇ ਵਿੱਚ, ਕਈ ਬਣਾਉਂਦਾ ਵਿਚਾਰਾਂ, ਕਈ ਵਿਚਾਰਾਂ ਨੂੰ ਢਾਉਂਦਾ ਹੈ। ਫਿਰ ਸਾਰਿਆਂ ਨੇ ਸਲਾਹ ਦਿੱਤੀ, ਕਹਿਣ ਲੱਗੇ ਸਾਰੇ ਬਲਦ ਇਕੱਠੇ ਕਰੋ, 10,000 ਗੱਡਾ, 10,000 ਗੱਡੇ ਨੂੰ ਖਿੱਚਣ ਵਾਸਤੇ 20,000 ਬਲਦ ਇਹਦੇ ਕੋਲ ਹੈ। 20,000 ਤੋਂ ਵੀ ਵੱਧ ਹੋਵੇਗਾ ਜੇ ਕੋਈ ਮੰਨ ਲਓ ਬੈਲ ਬਿਮਾਰ ਹੋ ਜਾਵੇ ਜਾਂ ਕੋਈ ਮਰ ਜਾਵੇ ਤੇ ਉਹਦੇ ਵਾਸਤੇ ਉਸੇ ਵੇਲੇ ਨਵਾਂ ਬੈਲ ਗੱਡੇ ਤੇ ਜੋੜਨਾ। 20,000 ਤੋਂ ਵੱਧ ਇਹਦੇ ਕੋਲ ਬੈਲ, ਕਿੱਡਾ ਵੱਡਾ ਵੱਗ ਹੋਵੇਗਾ ਬਲਦਾਂ ਦਾ। ਆਪਣੇ ਸਾਥੀਆਂ ਨੂੰ ਕਹਿਣ ਲੱਗਾ, ਨੌਕਰਾਂ ਨੂੰ ਕਹਿਣ ਲੱਗਾ, ਜਿੰਨੇ ਬੈਲ ਨੇ ਸਾਰਿਆਂ ਨੂੰ ਇੱਕ ਥਾਂ ਤੇ ਇਕੱਠੇ ਕਰੋ। ਤੇ ਕਹਿਣ ਲੱਗੇ ਕੁਝ ਗੱਡਿਆਂ ਦੇ ਵਿੱਚ ਇਸ ਨੇ ਆਖਿਆ ਰੂਈ ਭਰੋ, ਕਿਉਂਕਿ ਘਰ ਬੜਾ ਵੱਡਾ ਨਾ ਲੱਖੀ ਸ਼ਾਹ ਵਣਜਾਰੇ ਦਾ, ਬੜਾ ਵੱਡਾ ਵਪਾਰੀ ਹੈ। ਉਹਨਾਂ ਸਮਿਆਂ ਵਿੱਚ 10,000 ਗੱਡਾ, ਤੇ ਗੁਰਮੁਖੋ ਗੱਡਾ ਹੀ ਉਦੋਂ ਦੀ ਟਰਾਂਸਪੋਰਟ ਹੈ, ਜਿਵੇਂ ਅੱਜ ਟਰੱਕਾਂ 'ਤੇ ਲੋਕ ਕੰਮ ਕਰਦੇ। ਹੁਣ ਮੰਨ ਲਓ ਕਿਸੇ ਕੋਲ 10,000 ਟਰੱਕ ਹੋਵੇ ਤਾਂ ਕਿੱਡਾ ਵੱਡਾ ਆਦਮੀ ਹੋਵੇਗਾ, ਕਿੱਡਾ ਵੱਡਾ ਵਪਾਰੀ ਹੋਵੇਗਾ, ਟਰਾਂਸਪੋਰਟਡ ਹੋਵੇਗਾ। ਇਸੇ ਕਰਕੇ ਭਾਈ ਲੱਖੀ ਸ਼ਾਹ ਕੋਲ 10,000 ਗੱਡਾ, ਬੜਾ ਵੱਡਾ ਵਪਾਰੀ ਹੈ। ਇਸ ਨੇ ਆਪਣੇ ਨੌਕਰਾਂ ਨੂੰ ਆਖਿਆ, ਕਹਿਣ ਲੱਗਾ ਕੁਝ ਗੱਡਿਆਂ ਦੇ ਵਿੱਚ ਰੂਈ ਭਰੀ ਜਾਵੇ, ਤਾਂ ਕਿ ਰੂਈ ਦੇ ਵਿੱਚ ਮਹਾਰਾਜ ਦਾ ਧੜ ਲੁਕਾ ਕੇ ਛੁਪਾ ਕੇ ਲਿਆਉਣਾ ਸੌਖਾ ਹੈ। ਰੂਈ ਦੇ ਕੁਝ ਗੱਡੇ ਜਿਹੜੇ ਨੇ ਉਸ ਵੇਲੇ ਭਰਵਾਏ ਹਨ। ਜਿੰਨੇ ਆਪਣੇ ਨੌਕਰ ਸਨ, ਵਿਸ਼ਵਾਸ ਪਾਤਰ, ਜਿਨ੍ਹਾਂ 'ਤੇ ਯਕੀਨ ਕਰਦਾ, ਭਰੋਸੇਯੋਗ ਜਿਹੜੇ ਨੌਕਰ ਸਨ, ਉਹਨਾਂ ਨੂੰ ਇਕੱਠਿਆਂ ਕੀਤਾ, ਗੱਡਿਆਂ ਦੇ ਵਿੱਚ ਰੂਈ ਭਰਵਾਈ ਹੈ। ਮਨ ਦੇ ਵਿੱਚ ਇਹ ਨਿਰਣਾ ਕੀਤਾ ਵੀ ਯਤਨ ਤੇ ਕਰਨਾ ਚਾਹੀਦਾ, ਮੈਨੂੰ ਇੱਕ ਵਾਰੀ ਉਪਰਾਲਾ ਤੇ ਕਰਨਾ ਚਾਹੀਦਾ ਨਾ ਧੜ ਚੁੱਕਣ ਵਾਸਤੇ। ਸੰਸਕਾਰ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਮਹਾਰਾਜ ਦੀ ਮਰਜ਼ੀ ਹੈ। ਮਹਾਰਾਜ ਚਾਹਣਗੇ ਤੇ ਆਪੇ ਮੁਹਿੰਮ ਬਣ ਜਾਣੀ, ਵਿਧੀ ਆਪੇ ਬਣ ਜਾਣੀ ਹੈ। ਮਹਾਰਾਜ ਨੂੰ ਨਾ ਪਾਇਆ ਤੇ ਫਿਰ ਵੱਖਰੀ ਗੱਲ ਹੈ। ਆਪਣੇ ਨੌਕਰਾਂ ਨੂੰ ਨਾਲ ਲੈ ਕੇ ਯਤਨ ਕਰਨ ਲੱਗਾ ਗੱਡਿਆਂ ਨੂੰ ਲੈ ਕੇ ਮਹਾਰਾਜ ਦਾ ਧੜ ਲਿਆਉਣ ਵਾਸਤੇ। ਜਿਹੜੇ ਭਰੇ ਹੋਏ ਗੱਡੇ ਸਨ, ਸਾਰਿਆਂ ਗੱਡਿਆਂ ਨੂੰ ਨਹੀਂ ਭਰਿਆ, ਕੁਝ ਗੱਡੇ ਭਰੇ ਨੇ ਰੂਈ ਦੇ। ਨੌਕਰਾਂ ਨੂੰ ਆਖਿਆ ਭਰੇ ਹੋਏ ਗੱਡੇ ਅੱਗੇ ਤੋਰੋ, ਉਹਨਾਂ ਨੂੰ ਅੱਗੇ ਅੱਗੇ ਤੋਰਿਆ, ਰਸਤੇ ਦੇ ਉੱਪਰ ਚੱਲੇ ਹਨ। ਤੇ ਕੁਝ ਬਹਾਨਾ, ਹੁਣ ਬਹਾਨਾ ਵੀ ਤੇ ਚਾਹੀਦਾ ਨਾ ਵੀ ਗੱਡੇ ਤੁਰੇ ਜਾਂਦੇ ਕਿਉਂ ਰੁਕੇ। ਸਿਪਾਹੀ ਵੀ ਪੁੱਛਣਗੇ, ਵਜ਼ੀਰ ਵੀ ਪੁੱਛਣਗੇ, ਲੋਕਾਂ ਦੇ ਇਹ ਮਨ ਵਿੱਚ ਵੀ ਗੱਲ ਆਉਣੀ ਹੈ ਵੀ ਤੁਰਾ ਜਾਂਦਾ ਗੱਡਾ ਰੁਕਿਆ ਕਿਉਂ ਹੈ। ਇਹਨੇ ਬਹਾਨੇ ਦੇ ਨਾਲ ਕੁਝ ਗੱਡੇ ਪਹਿਲਾਂ ਉੱਥੇ ਖੜੇ ਕਰ ਦਿੱਤੇ। ਰਸਤੇ ਵਿੱਚ ਜਾਂਦਿਆਂ ਕਿਸੇ ਬੈਲ ਨੂੰ ਸੋਟੀ ਮਾਰੀ, ਇੱਧਰ ਨੂੰ ਕੱਢ ਦਿੱਤਾ, ਕਿਸੇ ਨੌਕਰ ਨੂੰ ਦਾਬਾ ਮਾਰ ਕੇ ਉੱਧਰ ਨੂੰ ਤੋਰ ਦਿੱਤਾ। ਕੁਝ ਗੱਡੇ ਬਹਾਨੇ ਨਾਲ ਉੱਥੇ ਪਹਿਲਾਂ ਹੀ ਰੋਕ ਦਿੱਤੇ। ਬਾਕੀ ਗੱਡੇ ਲੰਘਣਗੇ, ਭੀੜ ਹੋ ਜਾਏਗੀ, ਕੋਈ ਗੱਡਾ ਇੱਧਰ ਅੜ ਗਿਆ, ਕੋਈ ਉੱਧਰ ਅੜ ਜਾਏਗਾ, ਰੁਕਣ ਦਾ ਇੱਕ ਮੌਕਾ ਮਿਲੇਗਾ। ਥੋੜ੍ਹਾ ਸਮਾਂ ਮਿਲ ਗਿਆ ਰੁਕਣ ਵਾਸਤੇ, ਮੈਂ ਆਪਣਾ ਕੰਮ ਕਰ ਦੇਣਾ। ਇਸ ਲੱਖੀ ਸ਼ਾਹ ਵਣਜਾਰੇ ਨੇ ਕਹਿਣ ਲੱਗੇ ਕੁਝ ਗੱਡੇ ਬਹਾਨੇ ਦੇ ਨਾਲ ਰਸਤੇ ਵਿੱਚ ਰੁਕੇ ਹਨ, ਅਤੇ ਕੁਝ ਜਿਹੜੇ ਗੱਡੇ ਸਨ ਉਹਨਾਂ ਨੂੰ ਕਤਾਰ ਦੇ ਵਿੱਚ, ਲਾਈਨ ਦੇ ਵਿੱਚ, ਆਪਣੇ ਨੌਕਰਾਂ ਨੂੰ ਆਖਿਆ ਵੀ ਲਾਈਨ ਨਹੀਂ ਟੁੱਟਣੀ ਚਾਹੀਦੀ ਗੱਡਿਆਂ ਦੀ। ਕੁਝ ਗੱਡੇ ਤੇ ਉੱਥੇ ਖਲੋਤੇ ਹੋਏ ਬਹਾਨੇ ਨਾਲ ਖੜੇ ਕਰ ਛੱਡੇ, ਕਈਆਂ ਉੱਪਰ ਰੂਈ ਲੱਦ ਦਿੱਤੀ ਹੈ, ਕੁਝ ਗੱਡੇ ਖਾਲੀ ਵੀ ਨੇ, ਕਈਆਂ ਗੱਡਿਆਂ ਤੇ ਕੁਝ ਹੋਰ ਵੀ ਸਮਾਨ ਲੱਦਿਆ। ਨੌਕਰਾਂ ਨੂੰ ਆਖਦਾ ਵੀ ਇੱਕ ਕਤਾਰ ਦੇ ਵਿੱਚ, ਇੱਕ ਲਾਈਨ ਵਿੱਚ ਸਾਰੇ ਚੱਲਣੇ ਚਾਹੀਦੇ। ਇਸ ਤਰ੍ਹਾਂ ਆਪਣੇ ਘਰ ਤੋਂ ਚੱਲਦਾ ਹੈ। ਇਸ ਨੇ ਪਹਿਲਾਂ ਬਹਾਨਾ ਬਣਾਉਣ ਵਾਸਤੇ ਆਪਣੇ ਘਰੋਂ ਸਿੱਧਾ ਨਹੀਂ ਗਿਆ ਚਾਂਦਨੀ ਚੌਂਕ, ਰਕਾਬਗੰਜ ਗੁਰਦੁਆਰਾ ਸਾਹਿਬ ਤੇ ਚਾਂਦਨੀ ਚੌਂਕ ਗੁਰਦੁਆਰਾ ਸਾਹਿਬ, ਸਿੱਧਾ ਨਹੀਂ ਉੱਥੇ ਗਿਆ। ਸਿੱਧਾ ਜਾਵਾਂਗੇ ਲੋਕਾਂ ਦੇ ਮਨ ਵਿੱਚ ਸ਼ੱਕ ਪੈ ਜਾਣਾ ਵੀ ਇਹ ਘਰੋਂ ਨਿਕਲਿਆ,
ਸਿੱਧਾ ਚਾਂਦਨੀ ਚੌਂਕ ਕਿਉਂ ਗਿਆ? ਇਹ ਵੀ ਸਿੱਖ ਹੈ ਤੇ ਧੜ ਵੀ ਮਹਾਰਾਜ ਦਾ ਉੱਥੇ ਪਿਆ ਹੋਇਆ ਹੈ। ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਇਹਨੇ ਆਪਣੇ ਗੱਡੇ ਪਹਿਲਾਂ ਜਮਨਾ ਦੇ ਪਾਸੇ ਨੂੰ ਤੋਰੇ ਨੇ ਕਿ ਮੇਰੇ ਬਲਦਾਂ ਨੂੰ ਗੱਡਿਆਂ ਨੂੰ ਜਮਨਾ ਵਾਲੇ ਪਾਸੇ ਲੈ ਕੇ ਜਾਣਾ ਕਰੋ। ਕਹਿਣ ਲੱਗੇ ਵੀ ਉਸ ਜਗ੍ਹਾ ਦੇ ਉੱਪਰ ਦਿੱਲੀ ਦੇ ਵਿੱਚ ਜਮਨਾ ਦੇ ਕਿਨਾਰੇ ਇੱਕ ਤੀਰਥ ਹੈ, ਇਸ ਦਾ ਸ਼ੁੱਧ ਨਾਮ ਹੈ ਨਿਗਮ ਬੋਧ, ਤੇ ਕਹਿਣ ਲੱਗੇ ਉੱਥੇ ਇਸ ਨੇ ਪਹੁੰਚਣਾ ਕੀਤਾ ਹੈ। ਸੋ ਉਸ ਜਗ੍ਹਾ ਦੇ ਉੱਪਰ ਇੱਥੇ ਲੋਕ ਸਵੇਰੇ ਜਾ ਕੇ ਨਹਾਉਂਦੇ ਵੀ ਨੇ। ਜਮਨਾ ਦਾ ਇੱਕ ਕਿਨਾਰਾ ਬਣਿਆ, ਉਸ ਨੂੰ ਕਿਹਾ ਜਾਂਦਾ ਹੈ ਨਿਗਮ ਬੋਧ। ਉੱਥੇ ਲੋਕ ਜਾ ਕੇ ਸਵੇਰੇ ਸਵੇਰੇ ਇਸ਼ਨਾਨ ਵੀ ਕਰਦੇ ਨੇ, ਬੜਾ ਮਹਾਤਮ ਸਮਝਦੇ ਨੇ। ਅੱਜ ਕੱਲ੍ਹ ਕਹਿੰਦੇ ਰੇਲ ਦਾ ਪੁਲ ਉੱਥੇ ਬਣਿਆ ਹੋਇਆ। ਸਾਰਿਆਂ ਤੋਂ ਪਹਿਲਾਂ ਆਪਣੇ ਗੱਡੇ ਲੈ ਕੇ ਇਹ ਲੱਖੀ ਸ਼ਾਹ ਉਸ ਜਗ੍ਹਾ ਦੇ ਉੱਪਰ ਪਹੁੰਚਿਆ ਹੈ। ਤੇ ਕਹਿਣ ਲੱਗੇ ਵੀ ਉਸ ਦਿਸ਼ਾ ਦੇ ਵੱਲ, ਸੋ ਇਸ ਨੇ ਆਖਿਆ ਗੁਰੂ ਜੀ ਸ਼ਹੀਦ ਸਥਾਨ ਤੋਂ ਸੜਕ ਇੱਧਰ ਨੂੰ ਜਾਂਦੀ ਹੈ, ਜਿੱਥੇ ਗੁਰੂ ਪਾਤਸ਼ਾਹ ਸ਼ਹੀਦ ਹੋਏ ਨਾ ਉੱਥੋਂ ਸੜਕ ਉਸ ਪਾਸੇ ਨੂੰ ਜਾਂਦੀ ਸੀ ਜਿੱਥੇ ਗੱਡੇ ਲੈ ਕੇ ਪਹਿਲਾਂ ਪਹੁੰਚ ਗਿਆ। ਜਮਨਾ ਦਾ ਉਹ ਕਿਨਾਰਾ, ਜਮਨਾ ਦੇ ਕੰਢੇ ਜਾ ਕੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਇੱਥੋਂ ਗੱਡੇ ਹੁਣ ਇਸ ਪਾਸੇ ਨੂੰ ਮੋੜ ਦਿਓ। ਉੱਥੋਂ ਇੱਕ ਰਸਤਾ ਆਉਂਦਾ ਚਾਂਦਨੀ ਚੌਕ ਨੂੰ। ਇਸ਼ਾਰਾ ਕੀਤਾ ਨੌਕਰਾਂ ਨੂੰ, ਕਹਿਣ ਲੱਗਾ ਗੱਡਿਆਂ ਨੂੰ ਮੋੜੋ ਹੁਣ ਇਸ ਪਾਸੇ ਨੂੰ, ਜਿੱਧਰ ਨੂੰ ਚਾਂਦਨੀ ਚੌਕ ਹੈ ਉਧਰ ਨੂੰ ਗੱਡੇ ਇਸ ਨੇ ਆਪਣੇ ਮੋੜੇ ਹਨ। ਕਹਿਣ ਲੱਗੇ ਵੀ ਉਸ ਵੇਲੇ ਤਰਨ ਤਨੂਜਾ ਨਾਮ ਗੁਰਮੁਖੋ ਜਮਨਾ ਦਾ ਹੀ ਹੈ। ਜਮਨਾ ਨੂੰ ਸੂਰਜ ਦੀ ਪੁੱਤਰੀ ਲਿਖਿਆ ਗ੍ਰੰਥਾਂ ਦੇ ਵਿੱਚ, ਜਿਹੜੇ ਸ਼ਾਸਤਰ ਲਿਖੇ ਨੇ ਨਾ, ਸ਼ਾਸਤਰਾਂ ਦੇ ਵਿੱਚ ਜਮਨਾ ਨਦੀ ਨੂੰ ਸੂਰਜ ਦੀ ਧੀ ਲਿਖਿਆ ਵੀ ਸੂਰਜ ਦਾ ਪਿਓ ਹੈ, ਬਾਪ ਹੈ, ਤੇ ਇਹ ਜਮਨਾ ਉਹਦੀ ਲੜਕੀ ਹੈ। ਕਹਿਣ ਲੱਗੇ ਵੀ ਇਸ ਜਮਨਾ ਦੇ ਕੰਢੇ ਕੰਢੇ ਭਾਈ ਲੱਖੀ ਸ਼ਾਹ ਵਣਜਾਰਾ ਜੋ ਹੈ ਇਹਦੇ ਗੱਡੇ ਜਿਹੜੇ ਨੇ ਉਹ ਤੁਰੇ ਜਾਂਦੇ ਹਨ। ਕਹਿਣ ਲੱਗੇ ਵੀ ਚਲਦਿਆਂ ਉਸ ਦਰਵਾਜ਼ੇ ਦੇ ਉੱਪਰ ਪਹੁੰਚ ਗਿਆ, ਜਿਹੜਾ ਦਰਵਾਜ਼ਾ ਦਿੱਲੀ ਨੂੰ ਅੰਦਰ ਨੂੰ ਆਉਣਾ। ਜਮਨਾ ਦੇ ਉੱਪਰ ਇੱਕ ਦਰਵਾਜ਼ਾ ਦਿੱਲੀ ਦਾ ਉਹਨਾਂ ਸਮਿਆਂ ਵਿੱਚ ਹੋਵੇਗਾ। ਉਸ ਦਰਵਾਜ਼ੇ ਨੂੰ ਗੱਡੇ ਮੋੜੇ ਕਿ ਇਸ ਰਸਤੇ ਨੂੰ ਮੋੜਨਾ ਕਰੋ। ਕਹਿਣ ਲੱਗੇ ਵੀ ਇਸੇ ਤਰ੍ਹਾਂ ਬਹੁਤ ਲੁਬਾਣੇ ਨਾਲ ਹੈ, ਇਹਨੇ ਆਪਣੇ ਜਾਤ ਦੇ ਲੋਕ ਨਾਲ ਲੈ। ਨੌਕਰਾਂ ਦਾ ਕੀ ਪਤਾ, ਕੋਈ ਨੌਕਰ ਮੁਸਲਮਾਨ ਹੈ, ਕੋਈ ਹਿੰਦੂ ਹੈ, ਕੋਈ ਕਿਸੇ ਧਰਮ ਦਾ। ਮੇਰੀ ਕਿਤੇ ਗੱਲ ਨੂੰ ਕੋਈ ਬਾਹਰ ਨਾ ਕੱਢ ਦੇਵੇ। ਇਹਨੇ ਆਪਣੀ ਬਰਾਦਰੀ ਦੇ ਲੋਕ ਲੈ ਜਿਹੜੇ ਨਾਲ ਨਾਲ ਸਨ। ਗੱਡੇ ਚਲਾਉਣ ਵਾਲੇ ਨੌਕਰ ਚਾਕਰ ਤੇ ਅੱਗੇ ਪਿੱਛੇ ਨੇ, ਪਰ ਜਿਨ੍ਹਾਂ ਨੇ ਇਹਦੇ ਨਾਲ ਧੜ ਚੁੱਕਣਾ ਉਹ ਸਾਰੇ ਲੁਬਾਣੇ ਜਾਤੀ ਦੇ ਨੇ। ਆਪਣੀ ਜਾਤ ਭਾਈ ਦੇ ਚਾਚੇ ਤਾਏ ਜਾਂ ਇਸੇ ਤਰ੍ਹਾਂ ਸ਼ਰੀਕੇ ਵਿੱਚੋਂ ਭਰਾ ਆਪਣੇ ਬੰਦੇ ਨਾਲ ਲੈ ਪਰਿਵਾਰ ਦੇ ਵਿੱਚੋਂ, ਕਿ ਮੈਨੂੰ ਆਪਣੇ ਪਰਿਵਾਰ ਦੇ ਜੀਆਂ 'ਤੇ ਭਰੋਸਾ, ਇਹ ਗੱਲ ਬਾਹਰ ਨਹੀਂ ਕਰਨਗੇ। ਔਰ ਡਰ ਵੀ ਸਾਰਿਆਂ ਦੇ ਮਨ ਵਿੱਚ ਰਹੇਗਾ ਕਿ ਸਾਰਿਆਂ ਵਿੱਚੋਂ ਜੇ ਇੱਕ ਵੀ ਗੱਲ ਬਾਹਰ ਕਰੇਗਾ ਤੇ ਸਜ਼ਾ ਸਾਰੇ ਪਰਿਵਾਰਾਂ ਨੂੰ ਮਿਲਣੀ ਹੈ। ਇਹ ਵਿਉਂਤ ਬਣਾ ਕੇ ਕੁਝ ਲੁਬਾਣੇ ਸਿੱਖ ਜਾਂ ਲੁਬਾਣੇ ਆਪਣੇ ਪਰਿਵਾਰ ਦੇ ਮੈਂਬਰ ਇਸ ਨੇ ਨਾਲ ਲਏ ਹਨ। ਤੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਪੁਸ਼ਟ ਲਸ਼ਟਕਾ ਕੰਧੇ ਧਰੇ। ਇਹਨਾਂ ਨੇ ਲਸ਼ਟਕਾ ਜਿਹੜੀਆਂ ਵੱਡੇ ਵੱਡੇ ਸੋਟੇ ਨੇ ਉਹ ਆਪਣੇ ਮੋਢਿਆਂ 'ਤੇ ਰੱਖੇ ਹੋਏ, ਬਲਦਾਂ ਨੂੰ ਹੱਕਣ ਵਾਸਤੇ ਵੱਡੇ ਵੱਡੇ ਸੋਟੇ ਡਾਂਗਾਂ ਦੇ ਰੂਪ ਦੇ ਵਿੱਚ ਮੋਢੇ 'ਤੇ ਰੱਖੇ ਹੋਏ ਹਨ। ਅਤੇ ਇਸੇ ਤਰ੍ਹਾਂ ਬੈਲਾਂ ਨੂੰ ਹੱਕਣ ਵਾਲੀ, ਜਿਹੜੇ ਲੋਕ ਬਲਦ ਚਲਾਉਂਦੇ ਨਾ ਖੇਤਾਂ ਦੇ ਵਿੱਚ, ਉਹ ਇੱਕ ਬਲਦਾਂ ਨੂੰ ਚਲਾਉਣ ਦੀ ਬੋਲੀ ਹੁੰਦੀ ਹੈ, ਨਾਲ ਨਾਲ ਉਹ ਬੋਲਦੇ ਜਾਂਦੇ, ਬਲਦਾਂ ਨੂੰ ਹੱਕਦੇ ਤੇ ਬਲਦ ਤੁਰੇ ਜਾਂਦੇ। ਇਸੇ ਤਰ੍ਹਾਂ ਗੱਡੇ ਦੇ ਉੱਪਰ ਜੜਿਆ ਹੋਇਆ ਬਲਦ ਜਿਹੜਾ ਜਦੋਂ ਤੁਰਦਾ ਉਸ ਨੂੰ ਤੇਜ਼ ਤੋਰਨ ਵਾਸਤੇ ਜਿਹੜਾ ਗੱਡੇ ਨੂੰ ਚਲਾਉਣ ਵਾਲਾ ਗਾਡੀ ਹੈ ਉਹ ਆਵਾਜ਼ ਦੇ ਦੇ ਕੇ ਆਪਣੇ ਬਲਦਾਂ ਨੂੰ ਚਲਾਉਂਦਾ। ਕੁਝ ਮੂੰਹ ਦੇ ਨਾਲ ਵੱਖੋ ਵੱਖਰੀਆਂ ਆਵਾਜ਼ਾਂ ਕੱਢਦਾ। ਉਹਦੇ ਨਾਲ ਜਿਹੜਾ ਜਾਨਵਰ ਉਹਨੂੰ ਪਤਾ ਮੇਰਾ ਮਾਲਕ ਮੇਰੇ ਮਗਰ ਤੁਰਿਆ ਆਉਂਦਾ, ਥੋੜ੍ਹਾ ਫੁਰਤੀ ਨਾਲ ਉਹ ਤੁਰਦਾ ਹੈ। ਇਹ ਜਿਹੜੇ ਗੱਡੇ ਤੁਰੇ ਜਾਂਦੇ ਨੇ ਚਾਂਦਨੀ ਚੌਕ ਨੂੰ, ਕੁਝ ਇਸ ਦੇ ਨਾਲ ਲੁਬਾਣੇ ਜਿਹੜੇ ਵਿਅਕਤੀ ਨੇ ਰਿਸ਼ਤੇਦਾਰ, ਉਹ ਬਲਦਾਂ ਨੂੰ ਹੱਕਣ ਦੀ ਆਵਾਜ਼ ਕਰਦੇ ਪਏ, ਉੱਚੀ ਉੱਚੀ ਵੀ ਰੌਲਾ ਪਵੇ, ਕਿਸੇ ਨੂੰ ਪਤਾ ਨਾ ਲੱਗੇ ਵੀ ਅਸੀਂ ਆਪਸ ਵਿੱਚ ਕੀ ਸਲਾਹ ਕਰਦੇ ਪਏ। ਕੁਝ ਬੰਦੇ ਜਾਣ ਬੁੱਝ ਕੇ ਉੱਚੀ ਉੱਚੀ ਗੱਲਾਂ ਕਰਦੇ, ਕੁਝ ਬੈਲਾਂ ਨੂੰ ਬਲਦਾਂ ਨੂੰ ਹੱਕਣ ਕਰਕੇ ਵੀ ਅਸੀਂ ਤੇ ਬਲਦਾਂ ਨੂੰ ਹੱਕਦੇ ਪਏ ਹਾਂ, ਅੱਗੇ ਤੋਰਦੇ ਪਏ ਹਾਂ, ਅਸੀਂ ਤੇ ਆਪਣੇ ਬਲਦਾਂ ਨਾਲ ਗੱਲ ਕਰਦੇ ਪਏ। ਇਸ ਤਰ੍ਹਾਂ ਉੱਚੀ ਉੱਚੀ ਬੋਲਦੇ ਜਾਂਦੇ ਹਨ। ਤੇ ਕਹਿਣ ਲੱਗੇ ਟੋਲੀਆਂ ਬਣਾ ਕੇ, ਹੁਣ ਗੱਡਾ ਜਾ ਰਿਹਾ, ਕੁਝ ਬੈਲ ਗੱਡੇ ਨੂੰ ਲੈ ਕੇ ਇੱਧਰ ਹੋ ਜਾਂਦੇ, ਕੁਝ ਸੱਜੇ ਹੋ ਜਾਂਦੇ, ਕੁਝ ਖੱਬੇ ਹੋ ਜਾਂਦੇ। ਇਹਨੇ ਦੋਵਾਂ ਪਾਸੇ ਆਪਣੇ ਬੰਦੇ ਤੋਰੇ ਕਿ ਬਲਦ ਜਿਹੜੇ ਨੇ ਪੂਰੀ ਲਾਈਨ ਵਿੱਚ ਗੱਡੇ ਜਾਣਾ ਕਰਨ। ਦੋਵਾਂ ਪਾਸਿਆਂ ਤੋਂ ਇਹਦੇ ਬੰਦੇ ਬਲਦਾਂ ਨੂੰ ਹੱਕਦਿਆਂ ਹੋਇਆਂ, ਤੋਰਦਿਆਂ ਹੋਇਆਂ, ਬੋਲਦਿਆਂ ਹੋਇਆਂ ਤੁਰੇ ਜਾਂਦੇ ਹਨ। ਕਹਿਣ ਲੱਗੇ ਵੀ ਜਦੋਂ ਤੋਂ ਮਹਾਰਾਜ ਸਾਹਿਬ ਜੀਆਂ ਨੇ ਇਹ ਭਾਣਾ ਵਰਤਾਇਆ ਨਾ ਗੁਰਮੁਖੋ, ਪਿੱਛੇ ਆਪਾਂ ਇਤਿਹਾਸ ਵਿੱਚ ਇਹ ਬਚਨ ਸਰਵਣ ਕੀਤਾ ਸੀ,
ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋਈ ਨਾ, ਮਹਾਰਾਜ ਦਾ ਸੀਸ ਵੱਖਰਾ ਹੋਇਆ ਧੜ ਦੇ ਨਾਲੋਂ, ਦਿੱਲੀ ਦੇ ਵਿੱਚ ਬਹੁਤ ਭਿਆਨਕ ਹਨੇਰੀ ਚੱਲੀ ਹੈ, बड़ी बड़ी गर्द उठी है, मिट्टी घटा आसमान नूं चढ़ गया, बड़ी तेज़ हवा चली, मान लो भी रुखां नूं मुੱਢਾਂ ਤੋਂ पट देवेगी और घरां दीयां छत्तां उड़ा देवेगी। इस तरह की हनेरी चलती पई है, ये अजे भी चलती पई है। ये भाई लखी शाह गड्ढा लैके तुरिया जाता है, पर हवा उस तरह चलती है। कहन लगे भी एक तो पहला ही हवा ने बड़ी मिट्टी उड़ाई है। ਹੁਣ ਕੱਚੇ ਰਾਹ ਸਨ ਉਹਨਾਂ ਸਮਿਆਂ ਦੇ ਵਿੱਚ, ਜਦੋਂ ਬਲਦ ਚੱਲਦੇ ਨੇ ਤੇ ਬਲਦ ਦੀਆਂ ਖੁਰਾਂ ਦੇ ਨਾਲ ਮਿੱਟੀ ਹੋਰ ਪੱਟੀ ਜਾ ਰਹੀ ਹੈ ਤੇ ਹੋਰ ਮਿੱਟੀ ਤਾਂ ਨੂੰ ਚੜ੍ਹਦੀ ਹੈ। ਬਲਦ ਨੇ 10,000 ਦੀ ਗਿਣਤੀ, ਕੋਈ ਇੱਕ ਦੋ ਬਲਦ ਨਹੀਂ ਹੈ। ਜਦੋਂ ਚੱਲੇ ਕੱਚੇ ਰਸਤੇ ਦੇ ਉੱਪਰ ਮਿੱਟੀ ਨੂੰ ਪੱਟਦੇ ਨੇ, ਉਹ ਮਿੱਟੀ ਹੋਰ ਆਕਾਸ਼ ਵੱਲ ਨੂੰ ਉੱਡ ਉੱਡ ਕੇ ਜਾਂਦੀ ਹੈ। ਕਹਿਣ ਲੱਗੇ ਵੀ ਇਸੇ ਤਰ੍ਹਾਂ ਇੰਨੀ ਮਿੱਟੀ ਉੱਡੀ ਹੈ ਗੁਰਮੁਖੋ, ਜੇ ਕੋਈ ਅੱਖ ਖੋਲ੍ਹਣ ਦਾ ਯਤਨ ਵੀ ਕਰਦਾ ਨਾ, ਲੋਕਾਂ ਨੇ ਅੱਖਾਂ ਬੰਦ ਕਰਕੇ ਤੇ ਹੱਥ ਰੱਖ ਲਏ ਅੱਖਾਂ ਦੇ ਉੱਪਰ, ਇੰਨੀ ਮਿੱਟੀ ਪੈਂਦੀ ਹੈ। ਹੁਣ ਭਾਈ ਲੱਖੀ ਸ਼ਾਹ ਆਪਣੇ ਗੱਡੇ ਲੈ ਕੇ ਤੁਰਿਆ ਜਾਂਦਾ, ਗੱਡਿਆਂ ਦੇ ਟਾਇਰਾਂ ਦੇ ਨਾਲ, ਪਹੀਏ ਜਿਹੜੇ ਗੱਡਿਆਂ ਦੇ ਹੁੰਦੇ, ਗੱਡੇ ਦੇ ਪਹੀਏ ਦੇ ਨਾਲ, ਔਰ ਇਸੇ ਤਰ੍ਹਾਂ ਬਲਦਾਂ ਦੇ ਖੁਰਾਂ ਦੇ ਨਾਲ ਜਿਹੜੇ ਬੰਦੇ ਨਾਲ ਤੁਰੇ ਜਾਂਦੇ, ਉਹਨਾਂ ਦੇ ਪੈਰਾਂ ਦੇ ਨਾਲ ਬੜੀ ਬੜੀ ਮਿੱਟੀ ਉੱਡੀ ਹੈ। ਜੇ ਕੋਈ ਅੱਖ ਖੋਲ੍ਹਣ ਦਾ ਯਤਨ ਵੀ ਕਰਦਾ ਤੇ ਉਹਦੀ ਅੱਖ ਮਿੱਟੀ ਨਾਲ ਹੀ ਭਰ ਜਾਂਦੀ ਹੈ। ਇਸ ਤਰ੍ਹਾਂ ਹਨੇਰੀ ਤੇ ਇੰਨੀ ਮਿੱਟੀ ਜਿਹੜੀ ਆਕਾਸ਼ ਵਿੱਚ ਉੱਡਦੀ ਪਈ ਹੈ, ਜਿੰਨੇ ਉੱਥੇ ਰਾਜੇ ਦੇ ਸਿਪਾਹੀ ਖਲੋਤੇ ਹੋਏ, ਸਾਰਿਆਂ ਨੇ ਅੱਖਾਂ ਬੰਦ ਕਰਕੇ ਆਪਣੀਆਂ ਅੱਖਾਂ ਦੇ ਉੱਪਰ ਹੱਥ ਰੱਖੇ ਹੋਏ ਹਨ। ਆਪੋ ਆਪਣੀਆਂ ਅੱਖਾਂ ਨੂੰ ਲੋਕੀ ਅੱਖਾਂ ਨੂੰ ਮਲਦੇ ਨੇ ਹੱਥਾਂ ਦੇ ਨਾਲ। ਹੁਣ ਆਪਣੀ ਅੱਖ ਵਿੱਚ ਮੰਨ ਲਓ ਕੋਈ ਘਟਾ, ਕੋਈ ਮਿੱਟੀ, ਕੋਈ ਰੋੜ ਪੈ ਜਾਵੇ, ਕੋਈ ਕਣ ਪੈ ਜਾਵੇ, ਤੇ ਅਸੀਂ ਅੱਖ ਨੂੰ ਮਲਣ ਲੱਗ ਪੈਂਦੇ, ਫਿਰ ਵੇਖਦੇ ਕੁਝ ਨਹੀਂ ਆ, ਕੇਵਲ ਆਪਣੀ ਅੱਖ ਨੂੰ ਮਲਣ ਵੱਲ ਧਿਆਨ ਹੁੰਦਾ ਹੈ। ਕਹਿੰਦੇ ਇਸੇ ਤਰ੍ਹਾਂ ਜਦੋਂ ਮਿੱਟੀ ਉੱਡਦੀ ਪਈ ਹੈ ਨਾ, ਤੇ ਮਿੱਟੀ ਲੋਕਾਂ ਦੇ ਅੱਖਾਂ ਵਿੱਚ ਪੈਂਦੀ ਹੈ ਜਾਂ ਸਿਪਾਹੀਆਂ ਦੇ ਅੱਖਾਂ ਵਿੱਚ ਪੈਂਦੀ ਹੈ। ਜਿਹੜੇ ਪਹਿਰੇਦਾਰ ਖਲੋਤੇ, ਉਹਨਾਂ ਨੇ ਮਹਾਰਾਜ ਦੇ ਸਰੀਰ ਦਾ ਧਿਆਨ ਛੱਡ ਦਿੱਤਾ, ਆਪੋ ਆਪਣੀਆਂ ਅੱਖਾਂ ਮਲਣ ਵਿੱਚ ਲੱਗ ਪਏ। ਐਸੀ ਉਸ ਵੇਲੇ ਇਹ ਜਿਹੜੀ ਸਥਿਤੀ ਹੈ ਬਣੀ ਹੋਈ ਹੈ। ਤੇ ਕਈਆਂ ਨੇ ਕੀ ਵੇਖਿਆ ਵੀ ਇੰਨੀ ਮਿੱਟੀ ਉੱਡਦੀ ਪਈ ਹੈ, ਡਿਊਟੀ ਨੌਕਰੀ ਬਾਅਦ ਵਿੱਚ ਕਰ ਲਵਾਂਗੇ, ਇੰਨੇ ਥੋੜ੍ਹੀ ਹੋਣਾ ਇੱਥੇ ਖੜ ਕੇ। ਕਈਆਂ ਨੇ ਕੱਪੜੇ ਦੇ ਨਾਲ ਆਪਣੇ ਮੂੰਹ ਹੀ ਢੱਕ ਲਿਆ, ਕੱਪੜਾ ਹੀ ਆਪਣੇ ਮੂੰਹ ਉੱਪਰ ਪਾ ਲਿਆ, ਜਦੋਂ ਹਨੇਰੀ ਹਟੇਗੀ ਉਦੋਂ ਕੱਪੜਾ ਉਤਾਰ ਦੇਵਾਂਗੇ। ਇੰਨੀ ਮਿੱਟੀ ਅੱਖਾਂ ਵਿੱਚ ਪੈਂਦੀ ਹੈ, ਕਿਹੜਾ ਇੰਨੀ ਮਿੱਟੀ ਵਿੱਚ ਅੱਗੇ ਵੇਖੇ ਤੇ ਆਪਣੀਆਂ ਅੱਖਾਂ ਵਿੱਚ ਮਿੱਟੀ ਪਵਾਵੇ। ਇਸ ਤਰ੍ਹਾਂ ਦੇ ਨਾਲ ਕੁਝ ਲੋਕ, ਕੁਝ ਸਿਪਾਹੀ ਐਸੇ ਅਵੇਸਲੇ ਨੇ ਜਿਨ੍ਹਾਂ ਨੇ ਕੱਪੜੇ ਦੇ ਨਾਲ ਆਪਣੀਆਂ ਅੱਖਾਂ ਨੂੰ ਢੱਕ ਲਿਆ ਹੈ। ਸਾਰਿਆਂ ਦੀ ਬੁੱਧੀ ਜਿਹੜੀ ਹੈ ਨਾ ਮੰਦੀ ਪੈ ਗਈ, ਕਿਉਂਕਿ ਗੁਰੂ ਪਾਤਸ਼ਾਹ ਨੇ ਜਿਹੜਾ ਕੰਮ ਕਰਨਾ ਹੈ ਨਾ, ਉਹ ਮਹਾਰਾਜ ਦੇ ਸਾਰੇ ਹੁਕਮ ਦੇ ਵਿੱਚ ਹੈ। ਮਿੱਟੀ ਇੰਨੀ ਉੱਡ ਕੇ ਆਕਾਸ਼ ਨੂੰ ਗਈ ਹੈ ਕਿ ਧੁੱਪ ਘਟ ਗਈ ਹੈ। ਜਿਹੜੀ ਪਹਿਲਾਂ ਧੁੱਪ ਪੈ ਰਹੀ ਸੀ ਨਾ, ਤੇਜ਼ ਵਰਖਾ, ਤੇਜ਼ ਧੁੱਪ, ਤਿੱਖੀ ਧੁੱਪ ਪੈਂਦੀ ਹੈ। ਮਿੱਟੀ ਉੱਡਣ ਦੇ ਨਾਲ ਸੂਰਜ ਦੀ ਧੁੱਪ ਦਾ ਜਿਹੜਾ ਸੀ ਪ੍ਰਕਾਸ਼ ਘਟ ਗਿਆ, ਥੱਲੇ ਉਨੀ ਧੁੱਪ ਆਉਂਦੀ ਨਹੀਂ ਪਈ, ਧੁੱਪ ਦਾ ਪ੍ਰਕਾਸ਼ ਵੀ ਮੱਧਮ ਪੈ ਗਿਆ। ਐਸੀ ਹਾਲਤ ਬਣੀ ਹੈ। ਤੇ ਕਹਿਣ ਲੱਗੇ ਗੁਰਮੁਖੋ, ਮੰਨ ਲਓ ਵੀ ਇਸ ਮਿੱਟੀ ਨੇ ਸੂਰਜ ਨੂੰ ਢੱਕ ਦਿੱਤਾ ਹੈ। ਇੰਨੀ ਮਿੱਟੀ ਉੱਡੀ ਉਸ ਵੇਲੇ ਦਿੱਲੀ ਦੇ ਬਾਜ਼ਾਰ ਦੇ ਵਿੱਚੋਂ, ਬਲਦਾਂ ਦੇ ਖੁਰਾਂ ਦੇ ਨਾਲ, ਬੰਦਿਆਂ ਦੇ ਪੈਰਾਂ ਦੇ ਨਾਲ। ਸੂਰਜ ਵੀ ਮਸਾਂ ਮਸਾਂ ਥੋੜ੍ਹਾ ਜਿਹਾ ਹੀ ਦਿਖਾਈ ਦਿੰਦਾ ਹੈ। ਜੇ ਕੋਈ ਬੰਦਾ ਬਹੁਤੇ ਧਿਆਨ ਦੇ ਨਾਲ ਦੇਖਦਾ ਹੈ, ਉਹਨੂੰ ਮਾੜਾ ਜਿਹਾ, ਥੋੜ੍ਹਾ ਜਿਹਾ ਸੂਰਜ ਦਿਖਾਈ ਦਿੰਦਾ ਹੈ। ਐਸਾ ਮਿੱਟੀ ਨੇ ਸਾਰਿਆਂ ਨੂੰ ਢੱਕਿਆ ਹੈ। ਤੇ ਕੁਝ ਲੋਕ ਜਿਹੜੇ ਸਨ, ਜਿਹੜੇ ਤਮਾਸ਼ਾ ਵੇਖਣ ਆਏ, ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ, ਕੁਝ ਲੋਕ ਤੇ ਦੁੱਖ ਮੰਨ ਕੇ ਆਏ ਵੀ ਗੁਰੂ ਦੀ ਸ਼ਹੀਦੀ ਹੋ ਰਹੀ ਹੈ। ਕੁਝ ਲੋਕ ਜਿਹੜੇ ਤਮਾਸ਼ਗੀਰ ਸਨ, ਉਹ ਤਮਾਸ਼ਾ ਵੇਖਣ ਆ ਗਏ। ਚਲੋ ਵੇਖੀਏ ਗੁਰੂ ਨੂੰ ਕਿਵੇਂ ਕਤਲ ਕੀਤਾ ਜਾਂਦਾ, ਕੀ ਹੁੰਦਾ ਉਸ ਵੇਲੇ। ਐਸੇ ਲੋਕ ਚਾਂਦਨੀ ਚੌਕ ਵਿੱਚ ਇਕੱਠੇ ਹੋਏ। ਪਰ ਜਦੋਂ ਹਨੇਰੀ ਚੱਲੀ ਹੈ, ਕੁਝ ਲੋਕ ਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਕਹਿਣ ਲੱਗੇ ਭਾਈ ਮੌਸਮ ਖਰਾਬ ਹੋ ਗਿਆ, ਹਨੇਰੀ ਚੱਲਦੀ ਪਈ ਹੈ, ਸ਼ਹੀਦੀ ਹੋਣੀ ਸੀ ਉਹ ਤੇ ਹੋ ਗਈ ਹੈ। ਕੁਝ ਲੋਕ ਆਪੋ ਆਪਣੇ ਘਰਾਂ ਨੂੰ ਮੁੜ ਗਏ ਹਨ। ਤੇ ਕਈ ਘਰਾਂ ਵਿੱਚੋਂ ਨਿਕਲੇ ਹੀ ਨਹੀਂ। ਉਹਨਾਂ ਆਖਿਆ ਵੀ ਬਾਹਰ ਤੇ ਇੰਨੀ ਹਨੇਰੀ ਚੱਲਦੀ ਪਈ, ਮਿੱਟੀ ਉੱਡਦੀ ਪਈ ਹੈ, ਆਪਾਂ ਬਾਹਰ ਜਾ ਕੇ ਕੀ ਲੈਣਾ ਹੈ। ਕੁਝ ਲੋਕ ਆਪਣੇ ਘਰ ਦੇ ਦਰਵਾਜ਼ੇ ਬੰਦ ਕਰਕੇ ਤੇ ਅੰਦਰ ਹੀ ਬੈਠ ਗਏ, ਬਾਹਰ ਨਿਕਲਣ ਦਾ ਉਹਨਾਂ ਸੋਚਿਆ ਨਹੀਂ। ਕੁਝ ਜਿਹੜੇ ਬਾਹਰ ਖਲੋਤੇ ਸਨ ਪਹਿਲਾਂ, ਉਹ ਵੀ ਹਨੇਰੀ ਨੂੰ ਵੇਖ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ। ਤੇ ਜਦੋਂ ਕਹਿੰਦੇ ਗੁਰਮੁਖੋ ਬਹੁਤੇ ਬਲਦ, ਬਹੁਤੇ ਬੈਲ, 10,000 ਦੀ ਗਿਣਤੀ ਲਿਖੀ ਹੈ। ਕਹਿਣ ਲੱਗੇ ਇੰਨੇ ਬੈਲ ਜਦੋਂ ਵੱਗ ਲੈ ਕੇ ਬਲਦਾਂ ਦਾ
ਭਾਈ ਲੱਖੀ ਸ਼ਾਹ ਬਾਜ਼ਾਰ ਦੇ ਵਿੱਚ ਪਹੁੰਚਿਆ, ਜਿਸ ਬਾਜ਼ਾਰ ਦੇ ਵਿੱਚ ਮਹਾਰਾਜ ਜੀਆਂ ਦਾ ਧੜ ਪਿਆ ਹੋਇਆ ਹੈ। ਤੇ ਕਹਿਣ ਲੱਗੇ ਵੀ ਇੰਨੀ ਗੁਰਮੁਖੋ ਧੂੜ ਉੱਡੀ, ਧੂੜ ਤੇ ਪਹਿਲਾਂ ਹੀ ਬਹੁਤ ਹੈ, ਪਰ ਹੁਣ ਪੈਰਾਂ ਖੁਰਾਂ ਦੇ ਨਾਲ ਬੜੀ ਉੱਡੀ ਹੈ। ਮੰਨ ਲਓ ਵੀ ਹਨੇਰਾ ਹੀ ਹੋ ਜਾਵੇ, ਜਿਵੇਂ ਦਿਨ ਦੇ ਸਮੇਂ ਸੂਰਜ ਦੇ ਅੱਗੇ ਬੱਦਲ ਆ ਜਾਵੇ ਤੇ ਛਾਂ ਹੋ ਜਾਂਦੀ ਹੈ ਨਾ, ਇਸੇ ਤਰ੍ਹਾਂ ਮਿੱਟੀ ਉੱਡਣ ਦੇ ਨਾਲ ਗੁਰਮੁਖੋ ਹਨੇਰਾ ਹੀ ਹੋ ਗਿਆ, ਐਸੀ ਹਾਲਤ ਬਣ ਗਈ ਹੈ। ਇੱਕ ਤੇ ਇਹ ਜਿਹੜੀ ਹਵਾ ਹੈ ਨਾ, ਇਹ ਪੁੱਠੀ ਵਹਿੰਦੀ ਹੈ, ਉਲਟੀ ਦਿਸ਼ਾ ਨੂੰ। ਜਿੱਧਰ ਲੋਕ ਖਲੋਤੇ ਸਨ ਦੂਸਰੇ ਪਾਸਿਓਂ ਹਵਾ ਆਉਂਦੀ ਹੈ, ਸਿੱਧੀ ਮੂੰਹ ਤੇ ਪੈਂਦੀ, ਅੱਖਾਂ ਤੇ ਮਿੱਟੀ ਪੈਂਦੀ ਹੈ। ਇੱਕ ਤੇ ਇਹ ਉੱਥੇ ਬਹਾਨਾ ਬਣ ਗਿਆ। ਹੁਣ ਗੁਰੂ ਪਾਤਸ਼ਾਹ ਜੋ ਕਰਨਾ ਚਾਹੁਣ ਉਹਦਾ ਬਹਾਨਾ ਆਪਣੇ ਆਪ ਬਣ ਜਾਂਦਾ, ਕਿਉਂਕਿ ਕਰਨ ਕਰਾਵਨ ਆਪੇ ਆਪ ਨੇ ਪਾਤਸ਼ਾਹ ਜੀ, ਮੌਜ ਦੇ ਮਾਲਕ ਹਨ। ਕਹਿਣ ਲੱਗੇ ਇੱਕ ਤੇ ਉਲਟੀ ਦਿਸ਼ਾ ਤੋਂ ਹਵਾ ਵਹਿੰਦੀ ਹੈ ਜਿਹੜੀ ਬੜੀ ਜ਼ਿਆਦਾ ਮਿੱਟੀ ਨੂੰ ਉਡਾਉਂਦੀ ਹੈ, ਤੇ ਦੂਜੀ ਬਲਦਾਂ ਨੇ ਆਪਣੇ ਖੁਰਾਂ ਦੇ ਨਾਲ, ਆਪਣੇ ਪੌੜਾਂ ਦੇ ਨਾਲ, ਜਦੋਂ ਬਲਦਾਂ ਦਾ ਖੁਰ ਲੱਗਦਾ ਮਿੱਟੀ ਦੇ ਉੱਪਰ ਜਾ ਕੇ, ਉਹ ਖੁਰ ਨੂੰ ਪੱਟ ਕੇ ਅੱਗੇ ਰੱਖਦੇ ਆਪਣਾ ਪੈਰ, ਤੇ ਉਦੋਂ ਬਹੁਤੀ ਮਿੱਟੀ ਉੱਡਦੀ ਹੈ। ਇਸ ਤਰ੍ਹਾਂ ਕਹਿਣ ਲੱਗੇ ਭਾਈ ਚਲਦਿਆਂ ਚਲਦਿਆਂ ਇਹ ਸਾਰੇ ਜਾਣੇ ਬਾਜ਼ਾਰ ਵਿੱਚ ਪਹੁੰਚ ਗਏ। ਘਰੋਂ ਚੱਲਿਆ ਭਾਈ ਲੱਖੀ ਸ਼ਾਹ ਜਮਨਾ ਦੇ ਕਿਨਾਰੇ ਕਿਨਾਰੇ ਉੱਤੋਂ ਦੀ ਗੇੜਾ ਕੱਢ ਕੇ ਵੱਲ ਖਾ ਕੇ ਉੱਪਰਲੇ ਪਾਸਿਓਂ ਲੋਕਾਂ ਨੂੰ ਇਹ ਲੱਗੇ ਕਿ ਮੈਂ ਬਾਹਰੋਂ ਆ ਗਿਆ ਵਪਾਰ ਕਰਦਾ ਹੋਇਆ। ਇਸ ਤਰ੍ਹਾਂ ਆਪਣੇ ਬਲਦਾਂ ਨੂੰ ਲੈ ਕੇ, ਬਲਦਾਂ ਦਾ ਵੱਗ ਲੈ ਕੇ ਉਸ ਜਗ੍ਹਾ ਤੇ ਪਹੁੰਚ ਗਿਆ ਜਿਹੜਾ ਚਾਂਦਨੀ ਚੌਂਕ ਦਾ ਬਾਜ਼ਾਰ ਹੈ। ਬੜਾ ਪੁਰਾਣਾ ਬਾਜ਼ਾਰ ਹੈ, ਪਹਿਲੇ ਸਮੇਂ ਤੋਂ, ਪੁਰਾਣੇ ਸਮੇਂ ਤੋਂ, ਮੁਗਲਾਂ ਦੇ ਰਾਜ ਤੋਂ ਪਹਿਲਾਂ ਦਾ ਇਹ ਬਾਜ਼ਾਰ। ਕਹਿੰਦੇ ਉੱਥੇ ਪਹੁੰਚੇ ਹਨ। ਜਦੋਂ ਲੋਕਾਂ ਨੇ ਵੇਖਿਆ, ਜਿਹੜੇ ਉੱਥੇ ਖਲੋਤੇ ਸਨ ਨਾ ਕੁਝ ਲੋਕ ਜਾਂ ਸਿਪਾਹੀ, ਉਹਨਾਂ ਨੇ ਵੇਖਿਆ ਵੀ ਇੰਨੇ ਬੈਲ ਇਕੱਠੇ, 10,000 ਦੀ ਗਿਣਤੀ, ਤਿੱਖੇ ਤਿੱਖੇ ਉਹਨਾਂ ਬਲਦਾਂ ਦੇ ਸਿੰਘ ਨੇ। ਜਦੋਂ ਵੇਖਿਆ ਵੀ ਐਸੇ ਤਿੱਖੇ ਸਿੰਘਾਂ ਵਾਲੇ ਬੜੇ ਬੜੇ ਤਕੜੇ ਬਲਦ ਤੁਰੇ ਆਉਂਦੇ, ਜਦੋਂ ਲੋਕਾਂ ਨੇ ਵੇਖੇ ਹਨ, ਤੇ ਲੋਕੀ ਕਾਹਲੀ ਦੇ ਨਾਲ, ਛੇਤੀ ਨਾਲ ਪੈਰ ਪੱਟ ਕੇ ਜਲਦੀ ਦੇ ਨਾਲ ਇੱਧਰ ਉੱਧਰ ਆਸੇ ਪਾਸੇ ਹੋ ਗਏ, ਕਿਤੇ ਇਹ ਬੈਲ ਸਾਡੇ ਵਿੱਚ ਆ ਕੇ ਨਾ ਵੱਜ ਜਾਣ। ਹੁਣ ਮਿੱਟੀ ਉੱਡਦੀ ਪਈ ਹੈ, ਅਸਕਰ ਪਸ਼ੂਆਂ ਵਿੱਚ ਤੇ ਅੱਖਾਂ ਵਿੱਚ ਵੀ ਪੈਂਦੀ ਹੈ ਨਾ, ਕਿਤੇ ਪਸ਼ੂ ਦੇ ਅੱਖ ਵਿੱਚ ਮਿੱਟੀ ਪੈ ਜਾਵੇ, ਇਹ ਕਿਤੇ ਅੰਨਾ ਅੱਖਾਂ ਬੰਦ ਕਰਕੇ ਸਾਡੇ ਵਿੱਚ ਨਾ ਆ ਵਜੇ, ਜਾਂ ਇਹ ਬਲਦ ਜਿਹੜਾ ਹੈ ਇਹ ਡਰ ਕੇ ਕਿਤੇ ਸਾਨੂੰ ਸਿੰਘ ਹੀ ਨਾ ਮਾਰ ਦੇਵੇ। ਲੋਕ ਇੰਨੇ ਬਲਦਾਂ ਦਾ ਵੱਗ ਵੇਖ ਕੇ ਡਰ ਕੇ ਇੱਧਰ ਉੱਧਰ ਨੂੰ ਛੇਤੀ ਨਾਲ ਕਾਹਲੀ ਨਾਲ ਰਸਤਾ ਛੱਡ ਕੇ ਪਾਸੇ ਹੋ ਗਏ ਹਨ। ਹੁਣ ਉੱਥੇ ਕਿਸੇ ਨੇ ਮਹਾਰਾਜ ਦੇ ਸਰੀਰ ਦਾ ਕੀ ਧਿਆਨ ਰੱਖਣਾ ਹੈ, ਆਪਣਾ ਆਪ ਬਚਾਉਣ ਦੀ ਉਸ ਵੇਲੇ ਹਫੜਾ ਦਫੜੀ ਮਚ ਗਈ। ਹਰੇਕ ਬੰਦਾ ਆਪਣੇ ਆਪ ਨੂੰ ਬਚਾਉਣ ਵਾਸਤੇ, ਇਹ ਬਲਦ ਕਿਤੇ ਮੇਰੀ ਦਿਸ਼ਾ ਵੱਲ ਨਾ ਆ ਜਾਣ, ਇਹ ਮੈਂ ਕਿਤੇ ਗੱਡੇ ਥੱਲੇ ਨਾ ਆ ਜਾਵਾਂ, ਜਾਂ ਇਹ ਬਲਦ ਡਰ ਕੇ ਮੇਰੇ ਤੇ ਨਾ ਚੜ ਜਾਣ, ਆਪੋ ਆਪਣਾ ਬਚਾਅ ਕਰਨ ਵਾਸਤੇ ਕੋਈ ਸੱਜੇ ਨੂੰ ਹੋ ਗਿਆ, ਕੋਈ ਖੱਬੇ ਨੂੰ, ਕੋਈ ਅੱਗੇ ਨੂੰ, ਕੋਈ ਪਿੱਛੇ ਨੂੰ, ਜਿੱਧਰ ਨੂੰ ਕਿਸੇ ਨੂੰ ਰਸਤਾ ਮਿਲਿਆ ਸਾਰੇ ਰਸਤਾ ਛੱਡ ਕੇ ਦੌੜ ਗਏ ਹਨ। ਅਤੇ ਇਸੇ ਤਰ੍ਹਾਂ ਜਿਹੜੇ ਬੈਲਾਂ ਨੂੰ ਚਲਾਉਣ ਵਾਲੇ ਨੇ, ਗੱਡਿਆਂ ਨੂੰ ਚਲਾਉਣ ਵਾਲੇ ਜਿਹੜੇ ਗਾਡੀ ਨੇ, ਬਲਦਾਂ ਨੂੰ ਚਲਾਉਣ ਵਾਲੇ, ਉਹ ਉੱਚੀ ਆਵਾਜ਼ ਵਿੱਚ ਬੋਲਦੇ ਵੀ ਪਏ ਨੇ, ਭਾਈ ਪਾਸੇ ਹੋ ਜਾਓ, ਕੋਈ ਅੱਗੇ ਨਾ ਖੜਾ ਰਵੇ, ਕੋਈ ਬਲਦਾਂ ਥੱਲੇ ਨਾ ਆ ਜਾਵੇ, ਫਿਰ ਸਾਨੂੰ ਉਲਾਂਭਾ ਨਾ ਦਿਓ। ਇਸ ਤਰ੍ਹਾਂ ਉੱਚੀ ਉੱਚੀ ਨਾਲ ਕੁਝ ਬੰਦੇ ਬੋਲਦੇ ਵੀ ਆਉਂਦੇ ਪਏ, ਉਹ ਦੱਸਦੇ ਪਏ ਬੋਲ ਬੋਲ ਕੇ ਕਿ ਰਸਤਾ ਛੱਡ ਦੇਵੋ। ਤੇ ਕੁਝ ਲੋਕ ਆਪ ਇੱਕ ਦੂਜੇ ਨੂੰ ਆਵਾਜ਼ ਮਾਰਦੇ, ਜਿਵੇਂ ਕੋਈ ਉੱਥੇ ਰਿਸ਼ਤੇਦਾਰ ਖਲੋਤਾ ਹੈ, ਕਿਸੇ ਦਾ ਚਾਚਾ ਖਲੋਤਾ, ਭਤੀਜਾ ਖਲੋਤਾ, ਪੁੱਤ ਖਲੋਤਾ ਜਾਂ ਬਾਪ ਖਲੋਤਾ ਹੈ, ਉਹ ਵੀ ਇੱਕ ਦੂਜੇ ਨੂੰ ਨਾਮ ਲੈ ਲੈ ਆਵਾਜ਼ਾਂ ਮਾਰਦੇ, ਉਹ ਫਲਾਣਿਆ ਇਸ ਪਾਸੇ ਆ ਜਾ, ਬਲਦ ਆ ਗਏ, ਉਧਰਲੇ ਪਾਸੇ ਵੇਖ ਕਿੰਨੇ ਬਲਦ ਤੁਰੇ ਆਉਂਦੇ ਨੇ। ਇੱਕ ਦੂਜੇ ਨੂੰ ਆਵਾਜ਼ਾਂ ਮਾਰ ਮਾਰ ਕੇ ਇੱਧਰ ਉੱਧਰ ਨੂੰ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਪਾਸੇ ਕਰਦੇ ਪਏ। ਇਸ ਤਰ੍ਹਾਂ ਭਾਈ ਲੱਖੀ ਸ਼ਾਹ ਜੀ ਆਉਂਦੇ ਹਨ। ਕਹਿਣ ਲੱਗੇ ਵੀ ਕਾਰਾਗ੍ਰਹਿ ਜਿੱਥੇ ਮਹਾਰਾਜ ਜੀਆਂ ਦਾ ਇਹ ਗੁਰਮੁਖੋ ਹੋਇਆ ਹੈ ਨਾ, ਇਹ ਸ਼ਹੀਦੀ ਹੋਈ ਹੈ, ਉੱਥੇ ਕਾਰਾਗ੍ਰਹਿ ਜੇਲ੍ਹ ਹੈ, ਕੋਤਵਾਲੀ ਹੈ, ਉਸ ਬਾਜ਼ਾਰ ਨੂੰ ਤੁਰੇ ਆਉਂਦੇ। ਸੋ ਇੱਥੇ ਮਹਾਰਾਜ ਜੀਆਂ ਦੀ ਸ਼ਹੀਦੀ ਹੋਈ, ਜਿੱਥੇ ਸੀਸਗੰਜ ਗੁਰਦੁਆਰਾ ਸਾਹਿਬ ਬਣਿਆ ਹੋਇਆ। ਸੋ ਸਮਾਂ ਪਾ ਕੇ ਇੱਥੇ ਜਿਹੜੇ ਗੁਰਮੁਖ ਗੁਰੂ ਕੇ ਸਿੱਖ ਭਾਈ ਬਘੇਲ ਸਿੰਘ ਵਰਗਿਆਂ ਨੇ ਜਦੋਂ ਪੰਥ ਦਾ ਦਿੱਲੀ ਤੇ ਹਮਲਾ ਕੀਤਾ, ਦਿੱਲੀ ਇੱਕ ਵਾਰੀ ਨਹੀਂ ਗੁਰੂ ਕਿਹਾ ਸਿੱਖਾਂ ਨੇ ਕਈ ਵਾਰੀ ਜਿੱਤੀ ਹੈ। ਸਰਦਾਰ ਬਘੇਲ ਸਿੰਘ ਨੇ ਜਦੋਂ ਦਿੱਲੀ ਜਿੱਤੀ ਨਾ, ਤੇ ਉਸ ਵੇਲੇ ਦਿੱਲੀ ਜਿੱਤ ਕੇ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਹੈ, ਇੱਥੇ ਗੁਰੂ ਦੇ ਜਿਹੜੇ ਨਿਸ਼ਾਨ ਨੇ ਉੱਥੇ ਗੁਰਦੁਆਰੇ ਸਾਹਿਬ ਬਣਾਉਣੇ, ਜੋ ਜੋ ਮਹਾਰਾਜ ਜੀਆਂ ਨੇ ਇੱਥੇ ਬਖਸ਼ਿਸ਼ਾਂ ਕੀਤੀਆਂ। ਤੇ ਸਰਦਾਰ ਬਘੇਲ ਸਿੰਘ ਹੋਣਾ ਨੇ ਉਸ ਵੇਲੇ ਉੱਥੋਂ ਦੇ ਰਾਜੇ ਨੇ ਜਦੋਂ ਆ ਕੇ, ਉੱਥੋਂ ਇੱਕ ਬੇਗਮ ਰਹਿੰਦੀ ਹੈ
बेगम ने आके पल्ला पा के अड्ड के बेनती की, समरू बेगम उस बेगम का नाम है। उन्हें झोली अड्ड के आख्या खालसे दे दरबार जिहड़ा भी आवे उन्होंने खाली नहीं मोड़िया जाता, मैं भी खालसे दे दरबार आई हाँ, मेरी झोली विच भी खैर पाई जावे। खालसे ने पूछया की चाहिए, तो समरू बेगम ने आख्या कहन लगी जे मैनू देना चाहते हो तो दिल्ली का राज मेरी झोली पा दो। झोली अड्ड के उन्हें पंथ के अगे जो बेनती की, उस वेले पंथ ने फिर वो जिहड़ा राज सी ना उन्होंने वापस दे दिता, तो पर शर्त रखी जिन्ने इत्थे गुरुद्वारे ने उहदी सेवा असीं करवावांगे ਅਤੇ ਉਹਨਾਂ ਗੁਰਦੁਆਰਿਆਂ ਦੀ सेवा ਤੇ प्रबंध वास्ते कुछ टैक्स लाया गया भी इन्ना टैक्स असीं सरकार के खजाने विचों लवांगे। सरकार ने लोगों कोलों टैक्स लैना है, असीं सरकार कोलों इन्ने पैसे लवांगे इन्हां गुरु घरां दी मुरम्मत सेवा वास्ते। उस वेले मन गए ये खालसे की शर्त, ते सरदार बघेल सिंह वर्गिया ने फिर उत्थे गुरुद्वारा साहब बनाया जिसनों गुरुद्वारा सीसगंज कहा जाता है। ये फिर बाद में बनाया गया जदों गुरु खालसे की बड़ी कृपा 18वीं सदी 17वीं सदी में ये सारिया सेवावां होईयां। कुछ समा लंघिया जदों खालसे का राज खत्म हो गया ना, उस वेले मुसलमानों का फिर जोर पै गया। उन्होंने आख्या साडी इत्थे कोतवाली है तो साडा इत्थे कोई पुराना इतिहासक स्थान है। उन्होंने फिर कब्जा कर लिया गुरुद्वारा सीसगंज के उपर। फिर खालसे ने उस वेले जोर पा के इकट्ठ करके उन्होंने मुगलों को उत्थों कढ़िया। अज तुसीं जांदे हो, अज सीसगंज गुरुद्वारे साहब के सामने बिल्कुल एक मसीत बनी हुई है। वो मसीत का कोई इतिहास नहीं है, केवल मसीत इस वास्ते बनी है कि इत्थे गुरु तेग बहादुर पातशाह नूं शहीद किया, सिखां ने उहदी याद विच गुरुद्वारा बनाया। तो मुसलमानों ने शर्त रखी भी साडे इत्थे राज दे विच कोतवाली हुंदी है, असीं उहदी यादगार बनाउणी है। बहाना ला दिता कोतवाली दी कादी यादगार हुंदी है, थाणा ते जिथे मर्जी पट के लै जाओ बना लवो। पर जान बुझ के फिर उत्थे जगह अद्धी गुरुद्वारा साहब नूं दे के ते कुछ जगह फिर मुसलमानों ने अपने कब्जे विच कर लई, उत्थे फिर उन्होंने मसीत बना लई। अज भी तुसी जांदे हो चांदनी चौक गुरुद्वारा सीसगंज साहब के दर्शन करने वास्ते, ये अज भी तुसी सारा कुछ उत्थे वेख सकते हो। कहते इस तरह सरदार बघेल सिंह होना ने उत्थे कब्जा करके ते शहादत वाली थां ते गुरुद्वारा बनाया। कुछ समा पिछों मुगलों का जदों जोर पै गया, उन्होंने फिर कह घुआ के ते उत्थे एक अपनी मसीत बना ली जिहड़ी अज भी बनी हुई है। उस तो बाद विच ये भी लिखिया है भी बाद विच फिर गुरुद्वारे की बेअदबी भी की गई, ढाउण का यतन भी किया गया। मसीत बनाउण तो मगरों फिर मुगलों ने आख्या भी सानू ये गुरुद्वारा चंगा नहीं लगता, ढा दिता गया। कुछ इमारत भी ढा दी गई। पर उस तो बाद विच 1847 दे विच जो जींद का राजा होया उहदा नाम सी सरूप सिंह, राजा जींद का। सरूप सिंह राजे ने फिर पैसे खर्च के दोबारा फिर सीसगंज गुरुद्वारे की इमारत बनाई है, जिहड़ी अज आपां इमारत देखते हैं मत्था टेकते हैं। ये सारी इमारत जो जींद का राजा सरूप सिंह है ये उसने बनवाई है। सारा पत्थर वगैरह जो भी सेवा उसने अपने हथां दे नाल सारा कुछ करवाया। पहला इत्थे यादगार सरदार बघेल सिंह ने बनाई है, मुगड़े बाद विच मुगलों ने कुछ यादगारां ढा दित्तियां, अपनी मसीत बना लई। फिर जींद दे राजे सरूप सिंह ने, सरूप सिंह उस राजे का नाम है, उन्हें फिर जींद वाले राजे ने पैसे खर्च के इत्थे गुरुद्वारा साहब बनाया, जिसनों सीसगंज अज आपां दर्शन करते हाँ। कहन लगे भाई इसे तरह ये लखी शाह वणजारा गुरु का सिख अपने गड्डियां नूं लैके नौकरां नूं लैके उस बाजार दे विच पहुँच गया जिस जगह के उपर अज गुरुद्वारा सीसगंज बनया। इत्थे ही महाराज का धड़ पिया होया, धरती के उपर बड़ी हनेरी चलती पई है। ये लखी शाह जी उत्थे पहुँचे हैं। फिर पढ़ियो चार चफेरे महाराज जियां दे शरीर दे चौकीदार खलोते हुए। बादशाह का हुक्म है तुसीं वेखना है कि शरीर नूं लैके कौन जाता है। चौकीदार कुछ सिपाही पहरे ते खलोते होड़े बड़ी मुस्तैदी दे नाल बड़ी हुशियारी दे नाल सावधान हो के कुछ पहरेदार सिपाही जिहड़े ने वो महाराज दे शरीर दे कोल खलोते हन। इन्हां दी नज़र केवल ते केवल गुरु साहब जी दे पवित्र शरीर दे उपर है। जिहड़ा शरीर पिया होया ना बाजार दे विच
मैदान दे विच पिया होया शरीर गली दे विच, इन्हां दी निगाह सिपाहियां दी उहदे उपर है भी किहड़ा आउंदा। हुण हनेरी चलदी है, कोई ना कोई दा ते जरूर लावेगा। ये सिपाही बड़ी मुस्तैदी दे नाल, बड़ी हुशियारी दे नाल अपनियां अखां दे नाल तकदे पै गुरु तेग बहादुर पातशाह दे शरीर नूं भी कौन इत्थों आके चुकदा है। इस तरह वेखदे हन। कहन लगे भी भावें बादशाह ने यह गल कही है कि गुरु दे शरीर दा संस्कार कर दिओ, असल विच औरंगजेब चाहुंदा नहीं भी संस्कार होवे, पर एक उहदा पैंतड़ा है, एक राजनीति है उहदी। मैं वेखां भी भला किन्ने कु सिख इकट्ठे हुंदे ने, किन्ने कु सिखां दी हमदर्दी गुरु दे नाल है। मैं ये भी वेखना चाहुंदा हाँ जिस गुरु ने हिंदुआं दे वास्ते एडी वड्डी कुर्बानी कीती है, वो हिंदू किन्ने कु इकट्ठे हुंदे महाराज का शरीर चुकन वास्ते। मैनू पता लग जाएगा गुरु दे नाल हमदर्दी सिखां दी किन्नी है, हिंदुआं दी किन्नी है। ये आउणगे शरीर चुकणगे कि डर के बैठ जाणगे। जे ते डर के छुप गए फिर मैं समझांगा भी मैं पूरे हिंदुस्तान नू मुसलमान बना ही लवांगा। पर जे कोई हादा नारा मारन वास्ते निकल पिया फिर मैं समझ आवांगा भी ये बगावत हो सकती है, ये गदर मच सकता है। ये राजनीति है औरंगजेब दे मन की, ये पैतड़ा है। जान बुझ के ऐलान किया भी लै जाओ भाई जिन्हें शरीर चुक के ले जाना। दूसरे पासे अपने सिपाही ला दिते भी तुसीं ध्यान रखना भी चौके कौन ले जांदा है, किन्ने लोग इकट्ठे हुंदे। इस तरह महाराज दा शरीर वेखदे पए हन। अते राखी इस गल दी है भी जिन्हें शरीर चौके लैके जाना शरेआम चौके ले जावे, सानू दस के लिखती पढ़ती कागजी कार्रवाई होवे, लिखिया जावे भी मैं फलाना सिंह पुत्र फलाना सिंह मैं धड़ लैन वास्ते आया, साडे तो मंजूरी लैके लै जाओ, पर लोक के छिप के ना कोई लिजा सके, इस वास्ते पहरेदार लगे हुए हैं। इन्ने चिर नूं कहन लगे भी दिन भी थोड़ा ही रह गया, सूरज छिपदा जा रहा, थल्ले नूं आउंदा जा रहा है, शाम का समा पैंदा जांदा है। क्योंकि गुरु तेग बहादुर पातशाह की शहीदी दोपहरों बाद हुई है, वीरवार का दिन दोपहर तो बाद के समय की शहीदी है। उस तो बाद विच भाई लखी शाह जी आए, फिर उन्होंने विਉਂਤ बनाई है, सारी स्कीम बनाई, गड्डियां का गेड़ा वगैरह कढ़िया, वो सारा कुछ करदियां करदियां इन्ने चिर नूं शाम पै गई, सूरज अस्त होने का समा नेड़े आ गया है। कहन लगे भी इन्ने चिर नूं बहुते बलद जिहड़े ने वो भी इकट्ठे हो गए, लोगों की भीड़ पिछे हट गई है, मिट्टी घट्टा बड़ा उड उड के आकाश वाल नूं जांदा पिया। भाई लखी शाह वणजारा अपने गड्डियां नूं लैके इन्ने चिर नूं गुरमुखो उत्थे पहुँच गया है जिथे महाराज जियां दा पवित्र शरीर पिया होया। ये भाई लखी शाह जी किवें शरीर चुकदे ने और किवें संस्कार करते हैं, ये आपां कल दे दीवान दे विच बचन सरवण करांगे। समय की समाप्ति, भुलां दी मुआफ़ी। बचन गुरु का हिरदे वस जावे, भुलां दास दियां मुआफ़ करनियां। कल नूं आपां इस लड़ी नूं फिर सरवण करांगे। भाई लखी शाह जी किवें शरीर चुकते हैं, किवें संस्कार करते और ये सारी सेवा किवें करते हैं। आप संगतां ने समय सिर पहुँचण की कृपालता करनी, लेखा कतह न छूटी है।